ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਧ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 31 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408-272-2500 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਕਾਲ ਕਰੋ US ਦੇ ਇਮੀਗ੍ਰੇਸ਼ਨ ਦੇ ਅਟਰਨੀ ਜੇਟੇ ਟਿਆਣਾ 415-909-0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵੀਂ ਪਲਾਨ ਲਿਆਂਦੀ ਹੈ, ਜਿਹਦੇ ਮੁਤਾਬਕ EDD ਦੇ ਜੋ ਹੈੱਡਕੁਆਰਟਰਸ ਹੈਗੇ ਆ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ, ਉਹਨਾਂ ਵਿੱਚੋਂ 2 ਬਿਲਡਿੰਗਸ ਨੂੰ ਹਾਊਸਿੰਗ ਦੇ ਵਿੱਚ ਕਨਵਰਟ ਕੀਤਾ ਜਾਊਗਾ। ਕਹਿੰਦੇ ਵੀ 20% ਹਾਊਸਿੰਗ ਦੇ ਲਈ ਜੋ ਅਫੋਰਡੇਬਲ ਹੋਊਗਾ, ਜੋ ਬਿਲਡਿੰਗਸ ਨੂੰ ਕਨਵਰਟ ਕੀਤਾ ਜਾਊਗਾ ਉਸ ਦੇ ਲਈ ਰੱਖਿਆ ਜਾਊਗਾ। ਅਸੈਂਬਲੀ ਮੈਂਬਰ ਕੈਬਨ ਮਕਾਰਥੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਜਦੋਂ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੀਨਬਰਗ ਵੀ ਨਾਲ ਸੀ, ਉਹਨਾਂ ਦੇ ਸਿਟੀ ਕੌਂਸਲ ਮੈਂਬਰ KT ਵੈਨਜ਼ੂਏਲਾ ਉਹ ਵੀ ਨਾਲ ਸੀਗੇ, ਉਹਨਾਂ ਨੇ ਕਿਹਾ ਵੀ 10% ਦੇ ਕਰੀਬ ਜੋ ਲੋ ਇਨਕਮ ਹਾਊਸ ਹੋਲਡਸ ਹੈਗੇ ਆ ਉਹਨਾਂ ਨੂੰ ਵੀ ਇਹਦੇ ਵਿੱਚ ਰਹਿਣ ਦੇ ਲਈ ਅਪਾਰਟਮੈਂਟਸ ਮਿਲਣਗੀਆਂ। ਅਫੋਰਡੇਬਲ ਟ੍ਰਾਂਜ਼ਿਟ ਓਰੀਐਂਟਡ ਹਾਊਸਿੰਗ, ਇਹ ਇਸ ਪ੍ਰੋਜੈਕਟ ਦਾ ਨਾਮ ਰੱਖਿਆ ਗਿਆ ਹੈਗਾ ਆ। ਡਿਪਾਰਟਮੈਂਟ ਆਫ ਜਨਰਲ ਸਰਵਿਸਿਜ਼ ਡਾਇਰੈਕਟਰ ਐਨਾ ਲੈਸੋ, ਉਹਨਾਂ ਨੇ ਇਹ ਕਿਹਾ ਵੀ ਸਟੇਟ ਦਾ ਜਿਹੜਾ ਹਾਈਬ੍ਰਿਡ ਵਰਕ ਮਾਡਲ ਆ ਵੀ ਕਨਵਰਟ ਕਰਨ ਦਾ ਬਿਲਡਿੰਗਸ ਨੂੰ ਅਪਾਰਟਮੈਂਟਸ ਦੇ ਵਿੱਚ, ਇਹ ਇੱਕ ਵਧੀਆ ਜਿਹੜਾ ਮਾਡਲ ਹੋਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੌਂਟਕਲੇਅਰ ਦੇ ਇੱਕ ਘਰ ਦੇ ਵਿੱਚ 3 ਜਿਹੜੇ ਆ ਲਾਸ਼ਾਂ ਮਿਲੀਆਂ ਆ। ਕਹਿੰਦੇ ਆ ਵੀ ਇਹਨਾਂ ਤਿੰਨਾਂ ਨੂੰ ਫੇਟਲੀ ਸ਼ਾਟ ਕੀਤਾ ਗਿਆ ਹੋ ਸਕਦਾ ਆ। 3 ਟ੍ਰਿਪਲ ਹੋਮਿਸਾਈਡ ਦੀ ਇਸ ਟਾਈਮ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਆ। ਸੈਨ ਬਰਨਾਰਡੀਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਡੈਪਟੀਜ਼ ਰਮੋਨਾ ਪਲੇਸ ਜਿਹੜਾ ਇਲਾਕਾ ਹੈ ਮੌਂਟਕਲੇਅਰ, ਉੱਥੇ ਪਹੁੰਚੇ ਮੰਡੇ ਦੀ ਰਾਤ ਨੂੰ 9 ਵਜੇ। ਜਿਸ ਤੋਂ ਬਾਅਦ ਜਦੋਂ ਪਹੁੰਚੇ ਤਾਂ ਉਹਨਾਂ ਨੂੰ 3 ਜਿਹੜੇ ਅਡਲਟ ਆ ਗਨ ਸ਼ਾਟ ਵੂਨਡਸ, ਗੋਲੀ ਦੇ ਜਿਹੜੇ ਸ਼ਿਕਾਰ ਆ ਉਹ ਨਜ਼ਰ ਆਏ। ਤਿੰਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ, ਸੋਨੀਆ ਰਮੀਰਜ਼, ਜਾਰਜ ਰਮੀਰਜ਼ 68 ਤੇ 66 ਸਾਲਾਂ ਦੇ ਤੇ ਡੇਵਿਡ ਰੈਂਟੀਰੀਆ 43 ਸਾਲਾਂ ਦਾ। ਤਿੰਨੇ ਦੇ ਤਿੰਨੇ ਜਿਹੜੇ ਆ ਉਸੇ ਮੌਂਟਕਲੇਅਰ ਦੇ ਰਹਿਣ ਵਾਲੇ ਜਿਹੜੇ ਉਹ ਦੱਸੇ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਹਾਲ ਦੀ ਘੜੀ ਇਹ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਇਹ ਕਿਸ ਨੇ ਕੀਤਾ ਹੋ ਸਕਦਾ ਆ। ਕਹਿੰਦੇ ਵੀ ਉੱਥੇ ਦੇ ਜਿਹੜੇ ਨੇਬਰ ਆ ਕ੍ਰਿਸ ਸੈਂਚਜ਼, ਉਹਨੇ ਕਿਹਾ ਆ ਵੀ ਜਿਹੜੇ ਇੱਥੇ ਰਹਿ ਰਹੇ ਸੀ ਉਹਨਾਂ ਵਿੱਚੋਂ ਕਹਿੰਦੇ ਵੀ ਮੈਨੂੰ ਲੱਗਦਾ ਹੈ ਵੀ ਕੋਈ ਗੈਂਗ ਰਿਲੇਟਡ ਉੱਥੇ ਰਹਿ ਰਿਹਾ ਸੀਗਾ। ਸੋ ਹੋ ਸਕਦਾ ਹੈ ਵੀ ਇਹ ਵੀ ਗੈਂਗ ਰਿਲੇਟਡ ਕਿਲਿੰਗ ਹੋਵੇ। ਅਜੇ ਰੀਸੈਂਟਲੀ ਆਪਾਂ ਟਲੈਰੀ ਕਾਉਂਟੀ ਦੇ ਵਿੱਚ ਦੇਖਿਆ ਸੀਗਾ ਵੀ 6 ਜਾਣਿਆਂ ਨੂੰ ਇੱਕ ਘਰ ਦੇ ਵਿੱਚ ਕਤਲੋਗਾਰਤ ਜਿਹੜੀ ਉਹ ਕੀਤੀ ਗਈ ਸੀ, ਜਿਸ ਤੋਂ ਬਾਅਦ 'ਚ ਕੱਲ੍ਹ ਟਲੈਰੀ ਕਾਉਂਟੀ ਦੇ ਸ਼ੈਰਿਫ ਦੱਸ ਰਹੇ ਸੀਗੇ ਵੀ ਭਾਈ 7000 ਤੋਂ ਵੱਧ ਵੱਖ-ਵੱਖ 2 ਗੈਂਗਾਂ ਦੇ ਬੰਦੇ ਜਿਹੜੇ ਆ ਉਸ ਕਾਉਂਟੀ 'ਚ ਰਹਿ ਰਹੇ ਆ। ਸੋ ਇਹ ਕਿੱਦਾਂ ਦੀ ਸਥਿਤੀ ਜਿਹੜੀ ਇਸ ਟਾਈਮ ਇੱਥੇ ਬਣਦੀ ਜਾ ਰਹੀ ਆ, ਇਹ ਜਿਹੜੀ ਹੈ ਇਸ ਟਾਈਮ
ਬੜੀ ਜਿਹੜੀ ਆ ਉਹ ਮੁਸ਼ਕਿਲ ਦਾ ਸਬੱਬ ਲੋਕਾਂ ਦੇ ਲਈ ਬਣਦਾ ਜਾ ਰਿਹਾ ਹੈ। ਸੈਨ ਫਰਾਂਸਿਸਕੋ ਦੇ ਰੈਗੂਲੇਟਰਸ ਇਹ ਮੰਗ ਕਰ ਰਹੇ ਆ ਸੈਨ ਫਰਾਂਸਿਸਕੋ ਦੇ ਸਿਟੀ ਆਫੀਸ਼ੀਅਲਸ ਤੋਂ ਭਈ ਕਰੂਜ਼ ਤੇ ਵਾਈਮੋ ਵਹੀਕਲਸ ਆ ਉਹਨਾਂ ਦੀ ਜਿਹੜੀ ਐਂਟਰੀ ਆ ਉਸ ਨੂੰ ਸਲੋ ਕੀਤਾ ਜਾਵੇ। ਸੈਨ ਫਰਾਂਸਿਸਕੋ ਅਥਾਰਟੀਜ਼ ਨੇ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦੇ ਕੋਲ ਇੱਕ ਚਿੱਠੀ ਲਿਖੀ ਆ ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਕਰੂਜ਼ ਤੇ ਵਾਈਮੋ ਦੀ ਜੋ ਰੋਬੋ ਟੈਕਸੀ ਸਰਵਿਸ ਆ ਇਹ ਇੱਕ ਬਹੁਤ ਵੱਡਾ ਸੇਫਟੀ ਦਾ ਕੰਸਰਨ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇੱਕ ਇਨਵੈਸਟੀਗੇਸ਼ਨ ਖੋਲ੍ਹੀ ਆ ਜਿਹਦੇ ਵਿੱਚ ਕਰੂਜ਼ ਜੋ ਉਸ ਦਾ ਐਕਸੀਡੈਂਟ ਹੋਇਆ ਸੀ ਪਿਛਲੀ ਦਸੰਬਰ ਦੇ ਵਿੱਚ ਜੋ ਇੱਕ ਐਮਰਜੈਂਸੀ ਵਾਲੇ ਜ਼ੋਨ ਦੇ ਵਿੱਚ ਚਲ ਗਈ ਸੀ ਤੇ ਉਹਦੇ ਨਾਲ ਟ੍ਰੈਫਿਕ ਵੀ ਬਹੁਤ ਲੰਮਾ ਸਮਾਂ ਰੁਕਿਆ ਰਿਹਾ। ਸੋ ਹਜੇ ਵੀ ਆਟੋਨੋਮਸ ਕਾਰਸ ਨੂੰ ਲੈ ਕੇ ਲੋਕਾਂ ਦੇ ਵਿੱਚ ਸੇਫਟੀ ਦਾ ਬਹੁਤ ਵੱਡਾ ਕੰਸਰਨ ਆ। ਸੋ ਇਸ ਨੂੰ ਦੇਖਦੇ ਹੋਏ ਅਥਾਰਟੀਜ਼ ਪਬਲਿਕ ਯੂਟਿਲਿਟੀ ਕਮਿਸ਼ਨ ਨੂੰ ਬੇਨਤੀ ਕਰ ਰਹੀ ਆ ਵੀ ਜੇ ਇਹਨਾਂ ਕਾਰਾਂ ਦੀ ਐਂਟਰੀ ਕਰਨੀ ਆ ਡਰਾਈਵਰਲੈਸ ਕਾਰਾਂ ਦੀ ਤੇ ਇਹਨਾਂ ਨੂੰ ਬੜਾ ਸਲੋ ਐਂਟਰੀ ਹੋਣੀ ਚਾਹੀਦੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਹੈ ਸੈਲਮਾ ਤੋਂ, ਇੱਥੇ ਵੀ ਇੱਕ ਬੈਡ ਨਿਊਜ਼ ਆ ਰਹੀ ਹੈ। ਫ੍ਰੈਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਪੁਸ਼ਟੀ ਕੀਤੀ ਹੈ ਵੀ ਸੈਲਮਾ ਦਾ ਇੱਕ ਪੁਲਿਸ ਆਫਿਸਰ ਜਿਸ ਤੇ ਗੋਲੀ ਲੱਗੀ ਸੀ ਉਸ ਦਾ ਦੇਹਾਂਤ ਹੋ ਗਿਆ ਹੈਗਾ ਆ। ਸੋ ਕਹਿੰਦੇ ਆ ਵੀ ਇਹ ਰਿਪੋਰਟਡਲੀ ਇਸ ਟਾਈਮ ਦੱਸਿਆ ਗਿਆ ਸਕੂਲ ਦੇ ਨਜ਼ਦੀਕ ਇਹ ਸ਼ੂਟਿੰਗ ਹੋਈ ਦੱਸੀ ਜਾਂਦੀ ਹੈਗੀ ਆ। ਇਹ ਜਿਹੜਾ ਪੁਲਿਸ ਅਫਸਰ ਸੈਲਮਾ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਦਾ ਸੀਗਾ। ਸੋ ਕਾਉਂਟੀ ਸ਼ੈਰਿਫ ਆਫਿਸ ਵਾਲੇ ਹੀ ਪਹੁੰਚੇ ਸੀਗੇ ਪਾਈਨ ਸਟਰੀਟ ਤੇ ਮਿਚਲ ਸਟਰੀਟ ਦੀ ਇੰਟਰਸੈਕਸ਼ਨ ਦੇ ਉੱਤੇ ਇੱਕ ਸ਼ੂਟਿੰਗ ਨੂੰ ਰਿਸਪੌਂਡ ਜਿਹੜਾ ਆ ਉਹ ਕਰਨ ਦੇ ਲਈ। ਇਹ ਸ਼ੂਟਿੰਗ ਤੋਂ ਬਾਅਦ 'ਚ ਉੱਥੇ ਨਜ਼ਦੀਕ ਹੀ ਜਿਹੜਾ ਐਰਿਕ ਵਾਈਟ ਐਲੀਮੈਂਟਰੀ ਸਕੂਲ ਆ ਉਸ ਨੂੰ ਲੋਕਡਾਊਨ ਕਰ ਦਿੱਤਾ ਗਿਆ ਆ ਜਿਹੜਾ ਕਿ ਕੁਛ ਹੀ ਬਲਾਕ ਦੂਰ ਸੀਗਾ। ਸੋ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੁਲਿਸ ਅਫਸਰ ਆ ਜਿਸ ਨੂੰ ਅਜੇ ਸ਼ਨਾਖਤ ਨਹੀਂ ਉਸਦੀ ਕੀਤੀ ਗਈ ਉਹ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਪਰ ਉੱਥੇ ਆਪਣੀ ਸੱਟਾਂ ਦੀ ਮਾਰ ਨਾ ਝੱਲਦਾ ਹੋਇਆ ਉਸ ਦਾ ਦੇਹਾਂਤ ਜਿਹੜਾ ਹੋ ਗਿਆ ਹੈ। ਸੋ ਇਹ ਕੈਲੀਫੋਰਨੀਆ ਪੁਲਿਸ ਆਫਿਸਰ ਦੀ ਇਸ ਸ਼ੂਟਿੰਗ ਦੇ ਵਿੱਚ ਮੌਤ ਹੋਈ ਹੈ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਆਪਣੇ ਸਰੋਤੇ ਖਾਸ ਕਰਕੇ ਆਈ ਡ੍ਰੌਪਸ ਯੂਜ਼ ਕਰਦੇ ਆ ਬੜੇ ਧਿਆਨ ਦੇ ਨਾਲ ਖਬਰ ਸੁਣਿਓ। CDC ਨੇ ਅੱਜ ਵਾਰਨਿੰਗ ਦਿੱਤੀ ਆ ਇੱਕ ਸਪੈਸੀਫਿਕ ਬ੍ਰਾਂਡ ਆ ਜਦੋਂ ਤੁਸੀਂ ਆਈ ਡ੍ਰੌਪ ਦੇ ਵਿੱਚ ਕਈ ਲੋਕਾਂ ਨੇ ਉਹਨਾਂ ਨੂੰ ਪਾਇਆ ਉਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਤੇ 3 ਤੋਂ ਵੱਧ ਜਾਣੇ ਪੂਰੀ ਤਰ੍ਹਾਂ ਅੰਨੇ ਹੋ ਗਏ। ਇਹ ਕਿਉਂਕਿ ਉਸ ਜੋ ਆਈ ਡ੍ਰੌਪਸ ਹੈਗੇ ਆ ਉਹਨਾਂ ਦੇ ਵਿੱਚ ਬੈਕਟੀਰੀਅਲ ਇਨਫੈਕਸ਼ਨ ਹੋਈ ਹੈਗੀ ਆ। ਸੋ ਉਹਦੇ ਕਰਕੇ CDC ਇਨਵੈਸਟੀਗੇਟ ਕਰ ਰਹੀ ਆ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ। ਕਹਿੰਦੇ ਵੀ ਜਿਹੜੇ ਲੋਕ ਜ਼ਿਆਦਾ ਅਫੈਕਟਡ ਹੋਏ ਆ ਉਹਨਾਂ ਨੇ ਪ੍ਰਜ਼ਰਵੇਟਿਵ ਫ੍ਰੀ ਐਜ਼ਰੀ ਕੇਅਰ ਆਰਟੀਫੀਸ਼ੀਅਲ ਟੀਅਰਸ ਨੂੰ ਯੂਜ਼ ਕੀਤਾ ਆ ਜਦੋਂ ਉਹ ਬਿਮਾਰ ਹੋਏ। ਇਹ ਸਾਰਾ ਕੁਝ ਜਨਵਰੀ 20 ਤੋਂ ਪਹਿਲਾਂ ਵਾਪਰਿਆ ਹੈਗਾ। CDC ਨੇ 50 ਦੇ ਕਰੀਬ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਆ 11 ਸਟੇਟਾਂ ਦੇ ਵਿੱਚ। ਕਹਿੰਦੇ ਸੀਡੋਮੋਨਸ ਐਰੂਜੀਨੋਸਾ ਟਾਈਪ ਦਾ ਬੈਕਟੀਰੀਆ ਆ ਉਹ ਰੈਜ਼ਿਸਟੈਂਟ ਹੁੰਦਾ ਬਹੁਤੇ ਐਂਟੀਬਾਇਓਟਿਕਸ ਨੂੰ, ਉਹ ਇਹਨਾਂ ਦੇ ਵਿੱਚ ਪਾਇਆ ਗਿਆ ਆ। ਸੋ ਜਿਹੜੀਆਂ ਸਟੇਟਸ ਦੇ ਵਿੱਚ ਲੋਕਾਂ ਨੇ ਇਹ ਆਈ ਡ੍ਰੌਪਸ ਐਜ਼ਰੀ ਕੇਅਰ ਨੂੰ ਯੂਜ਼ ਕੀਤਾ ਆ ਕੈਲੀਫੋਰਨੀਆ, ਕੋਲੋਰਾਡੋ, ਕਨੈਟੀਕਟ, ਫਲੋਰੀਡਾ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਨੇਵਾਡਾ, ਟੈਕਸਸ, ਯੂਟਾ ਤੇ ਵਾਸ਼ਿੰਗਟਨ। ਸੋ ਬਹੁਤੇ ਪੇਸ਼ੈਂਟਸ ਨੇ ਇਹ ਯੂਜ਼ ਕੀਤਾ ਜਦੋਂ ਉਹ ਬਿਮਾਰ ਹੋਏ ਹੈਗੇ ਆ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਹਜੇ ਤੱਕ ਵੀ ਜੋ ਇਹ ਕੰਪਨੀ ਨੂੰ ਜਿਹੜੀ ਕੰਪਨੀ ਇਹ ਆਈ ਡ੍ਰੌਪਸ ਨੂੰ ਬਣਾਉਂਦੀ ਆ ਉਹਨਾਂ ਨੇ ਹਜੇ ਵੀ ਰੀਕਾਲ ਨਹੀਂ ਕੀਤਾ ਹੈਗਾ। ਹਜੇ ਵੀ ਤੁਸੀਂ ਇਹਨਾਂ ਨੂੰ ਐਮਾਜ਼ੋਨ ਜਾਂ ਹੋਰ ਜਿਹੜੇ ਸਟੋਰ ਆ ਉੱਥੇ ਬਾਈ ਕਰ ਸਕਦੇ ਹੈਗੇ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਪਲੀਜ਼ ਮੇਕ ਸ਼ੋਰ ਕਰੋ ਐਜ਼ੀ ਕੇਅਰ ਆਰਟੀਫੀਸ਼ੀਅਲ ਟੀਅਰਸ ਇਸ ਨੂੰ ਯੂਜ਼ ਨਾ ਕਰੋ ਕਿਉਂਕਿ CDC ਇਨਵੈਸਟੀਗੇਸ਼ਨ ਕਰ ਰਹੀ ਆ। ਤੇ ਕਿਉਂਕਿ ਸਿੰਪਟਮਸ ਜੇ ਕਿਸੇ ਨੇ ਯੂਜ਼ ਕੀਤਾ ਆ ਇਨਫੈਕਸ਼ਨ ਕਹਿੰਦੇ ਅੱਖਾਂ 'ਚ ਦਰਦ ਹੁੰਦੀ ਆ, ਸਵੈਲਿੰਗ ਹੁੰਦੀ ਆ, ਰੈਡਨੈਸ ਹੁੰਦੀ ਆ, ਬਲਰੀ ਵਿਜ਼ਨ ਹੁੰਦੀ ਆ ਤੇ ਬਹੁਤ ਸੈਂਸਿਟਿਵਿਟੀ ਟੂ ਲਾਈਟ ਆ। ਸੋ ਇਹ ਬੜੇ ਧਿਆਨ ਦੇ ਨਾਲ ਚੈੱਕ ਕਰਿਓ ਜੋ ਲੋਕ ਆਈ ਡ੍ਰੌਪਸ ਯੂਜ਼ ਕਰਦੇ ਆ। ਜੀ, ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਹੈ ਵੀ ਇੱਕ ਜਿਹੜਾ ਸਿੰਕ ਹੋਲ ਜਿਸ ਦੇ ਕਰਕੇ ਇੱਕ 2 ਲੇਨ ਰੋਡ ਪੂਰੀ ਤਰ੍ਹਾਂ ਟੁੱਟ ਗਈ ਸੀ, ਬੜਾ ਵੱਡਾ ਜਿਹੜਾ ਇੱਕ ਖੱਡ ਉਸ ਦੇ ਵਿਚਾਲੇ ਬਣ ਗਈ ਸੀ।
ਕਹਿੰਦੇ ਦੋਨੋਂ ਪਾਸੇ ਰੋਡ ਕਲੋਜ਼ਡ ਦੇ ਉਹਨਾਂ ਨੇ ਲਾ ਦਿੱਤੇ ਸੀਗੇ, ਪਰ ਫਿਰ ਵੀ ਕਹਿੰਦੇ ਉਸ ਦੇ ਬਾਵਜੂਦ ਲੋਕ ਉਹਨਾਂ ਬੈਰੀਕੇਡਸ ਨੂੰ ਪਾਰ ਕਰਕੇ ਉਹ ਚੀਜ਼ਾਂ ਪੜ੍ਹਨ ਦੇ ਬਾਵਜੂਦ ਵੀ ਉਹ ਸਿੰਕ ਹੋਲ ਦੇ ਵਿੱਚ ਡਿੱਗ ਰਹੇ ਆ। ਕਹਿੰਦੇ ਵੀ ਇਸ ਹਫ਼ਤੇ ਦੇ ਵਿੱਚ 3 ਵੱਖ-ਵੱਖ ਗੱਡੀਆਂ ਵੱਖ-ਵੱਖ ਸਮੇਂ ਦੇ ਉੱਤੇ ਜਿੱਥੇ ਕਲੀਅਰਲੀ ਮਾਰਕ ਕੀਤਾ ਆ ਵੀ ਰੋਡ ਅੱਗੇ ਬੰਦ ਆ, ਟੁੱਟੀ ਆ, ਤੁਸੀਂ ਲੰਘ ਨਹੀਂ ਸਕਦੇ, ਫਿਰ ਵੀ ਉਧਰਲੇ ਪਾਸੇ ਨੂੰ ਜਿਹੜੀਆਂ ਉਹ ਜਾ ਰਹੀਆਂ ਆ। ਸੈਨ ਮਕੀਨ ਦੇ ਵਿੱਚ ਇਹ ਜਿਹੜੀ 2 ਲੇਨ ਰੋਡ ਆ ਉਹ ਸਪਲਿਟ ਹੋਈ ਆ। ਇਹ ਸਿੰਕ ਹੋਲ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਉੱਥੇ ਸ਼ੁਰੂ ਹੋਇਆ ਸੀਗਾ। ਇਹ ਇੱਕ ਰਿਟੈਂਸ਼ਨ ਪੌਂਡ ਸੀਗਾ, ਜਿਹੜਾ ਕੰਪਰੋਮਾਈਜ਼ ਹੋ ਗਿਆ, ਰੋਡ ਇਰੋਡ ਹੋ ਗਈ ਤਾਂ ਪਾਣੀ ਜਿਹੜਾ ਆ ਉੱਥੋਂ ਨਿਕਲ ਗਿਆ ਸੀਗਾ। ਇਹ ਉਹਨਾਂ ਦਿਨਾਂ ਦੇ ਦੌਰਾਨ ਹੀ ਜਿਹੜਾ ਉਹ ਹੋਇਆ ਆ ਜਦੋਂ ਬਹੁਤ ਜ਼ਿਆਦਾ ਭਾਰੀ ਮੀਂਹ ਪੈ ਰਹੇ ਸੀਗੇ। ਸੋ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਫੇਸਬੁੱਕ ਦੇ ਉੱਤੇ ਫੋਟੋਆਂ ਪਾ ਕੇ ਇਹਨਾਂ ਤਿੰਨਾਂ ਇਨਸੀਡੈਂਟਸ ਦੀਆਂ ਉਹ ਸ਼ੇਅਰ ਕੀਤਾ ਵੀ ਦਿਸ ਕੈਨਟ ਬੀ ਰੀਅਲ, ਵੀ ਇੰਨੇ ਸਾਇੰਸ ਹੋਣ ਦੇ ਬਾਵਜੂਦ ਵੀ ਲੋਕ ਐਡੀ ਵੱਡੀ ਖੱਡ ਦੇ ਵਿੱਚ ਆਪਣੀਆਂ ਗੱਡੀਆਂ ਜਿਹੜੀਆਂ ਉਹ ਸੁੱਟ ਰਹੇ ਆ। ਲੇਟੈਸਟ ਜਿਹੜਾ ਹੈ ਇੱਕ 4 ਡੋਰ ਪਿਕਅਪ ਟਰੱਕ ਇਸ ਹੋਲ ਦੇ ਵਿੱਚ ਜਾ ਵੜਿਆ ਸੀਗਾ। ਸੋ 에ਅਰ ਬੈਗਸ ਉਹਦੇ ਡਿਪਲਾਈ ਹੋਏ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ 100% ਪ੍ਰੀਵੈਂਟੇਬਲ ਚੀਜ਼ਾਂ ਨੇ, ਇਹ ਰੋਕੀਆਂ ਜਾ ਸਕਦੀਆਂ, ਤੁਸੀਂ ਉੱਧਰਲੇ ਪਾਸੇ ਨੂੰ ਨਾ ਜਾਓ ਜਦੋਂ ਤੁਹਾਨੂੰ ਪਤਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਲੋਕ ਜਿਹੜੇ ਆ ਉੱਥੇ ਜਾ ਕੇ ਗੱਡੀਆਂ ਫਸਾ ਰਹੇ ਆ, ਰਿਸੋਰਸਿਸ ਵੀ ਲੱਗਦੇ ਆ ਤੇ ਨਾਲੇ ਤੁਹਾਨੂੰ ਸੱਟ ਲੱਗਣ ਦਾ ਵੀ ਜਿਹੜਾ ਨਾਲ ਦੇ ਨਾਲ ਖਤਰਾ ਬਣਿਆ ਰਹਿੰਦਾ ਹੈ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਕਹਿੰਦੇ ਫ੍ਰਿਜ਼ਨੋ ਦੇ ਡੇਵ ਐਂਡ ਵਸਟਰ ਸਟੋਰ ਦੇ ਉੱਤੇ ਇੱਕ ਫਾਈਟ ਆ ਉਹ ਲੋਕਾਂ ਦੇ ਵਿੱਚ ਬ੍ਰੋਕ ਆਊਟ ਹੋ ਗਈ, ਕਿਉਂਕਿ ਗੇਮ ਹੋ ਰਹੀ ਸੀ। ਗੇਮ ਤੋਂ ਬਾਅਦ ਇੱਕ ਜੋ ਰੈਸਟੋਰੈਂਟ ਤੇ ਬਾਰ ਆ ਉਹਦੇ ਵਿੱਚ ਲੋਕਾਂ ਨੇ ਕਾਫੀ ਆਪਸ ਦੇ ਵਿੱਚ ਫਾਈਟ ਕੀਤੀ। ਕਿਸੇ ਨੇ ਕੋਈ ਟੇਬਲ ਯੂਜ਼ ਕੀਤੇ, ਕਿਸੇ ਨੇ ਵੱਖ-ਵੱਖ ਚੇਅਰਾਂ ਉੱਥੋਂ ਜੋ ਵੀ ਸਮਾਨ ਪਿਆ ਸੀ ਚੱਕ ਕੇ ਇੱਕ ਦੂਜੇ ਦੇ ਮਾਰਿਆ, ਜਿਹਦੇ ਨਾਲ ਹੁਣ 18 ਦੇ ਕਰੀਬ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਪੀਜੀ&ਈ ਦੇ ਨਾਲ ਸੰਬੰਧਿਤ ਖਬਰ ਆ। ਆਪਾਂ ਦੇਖ ਰਹੇ ਹਾਂ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਪੀਜੀ&ਈ ਦੇ ਦੁਆਰਾ ਜਿਹੜੇ ਬਿਜਲੀ ਦੀਆਂ ਪ੍ਰਾਈਸਿਸ ਆ ਉਸ ਨੂੰ ਲਗਾਤਾਰ ਵਧਾਇਆ ਜਾ ਰਿਹਾ ਆ ਤੇ ਹੁਣ ਨਦਰਨ ਕੈਲੀਫੋਰਨੀਆ 'ਚ ਜਿੱਥੇ ਠੰਡ ਥੋੜੀ ਜ਼ਿਆਦਾ ਹੁੰਦੀ ਆ ਇੱਧਰ ਦੇ ਜਿਹੜੇ ਉਹ ਮੁਕਾਬਲੇ ਇੱਥੇ ਜਿਹੜੀ ਜਿਹੜੀ ਪੀਜੀ&ਈ ਦੇ ਦੁਆਰਾ ਗੈਸ ਦਿੱਤੀ ਜਾਂਦੀ ਆ ਜਿਹੜੀ ਹੀਟ ਕਰਨ ਦੇ ਲਈ, ਉਹ ਜਿਹੜੀ ਇਹਨਾਂ ਨੇ ਬਹੁਤ ਜ਼ਿਆਦਾ ਮਹਿੰਗੀ ਕਰ ਦਿੱਤੀ ਆ। ਸੋ ਇੱਕ ਜਿਹੜਾ ਕਸਟਮਰ ਆ ਉਹਨੇ ਦਿਖਾਇਆ ਵੀ ਐਵਰੇਜ ਦੇ ਨਾਲੋਂ 32% ਜਿਹੜਾ ਉਸਨੂੰ ਗੈਸ ਦੇ ਪ੍ਰਾਈਸਿਸ ਆ ਉਹ ਵੱਧ ਜਿਹੜੇ ਉਹ ਦੇਣੇ ਪੈ ਰਹੇ ਆ। ਸੋ ਪੀਜੀ&ਈ ਨੇ ਇਲਾਕੇ ਜਿਹੜੇ ਉਹ ਮਿੱਥੇ ਹੋਏ ਆ, ਕਿੱਥੇ ਕਿਹੜੀ ਚੀਜ਼ ਮਹਿੰਗੀ ਕਰਨੀ ਆ ਤਾਂ ਜੋ ਵੱਧ ਤੋਂ ਵੱਧ ਕਮਾਈ ਜਿਹੜੀ ਉੱਥੋਂ ਕੀਤੀ ਜਾ ਸਕੇ। ਬਿਲੀਅਨਸ ਆਫ ਡਾਲਰ ਦੀਆਂ ਸੈਟਲਮੈਂਟਸ ਇਹਨਾਂ ਨੂੰ ਇਸ ਲਈ ਕਰਨੀਆਂ ਪੈ ਰਹੀਆਂ ਵੀ ਇਹਨਾਂ ਦਾ ਜਿਹੜਾ ਉਪਕਰਨ ਆ ਉਹ ਚੰਗੀ ਤਰੀਕੇ ਦੇ ਨਾਲ ਚੱਲ ਨਹੀਂ ਰਿਹਾ, ਇਕਵਿਪਮੈਂਟ ਖਰਾਬ ਆ, ਅੱਗਾਂ ਲੱਗੀਆਂ, ਲੋਕ ਮਰੇ, ਕਿੰਨਾ ਨੁਕਸਾਨ ਜਿਹੜਾ ਉਹ ਹੋਇਆ ਤੇ ਹੁਣ ਉਹਦੀ ਭਰਪਾਈ ਸਮਹਾਓ ਇਹ ਆਮ ਕਸਟਮਰਸ ਤੋਂ ਕਰ ਰਹੇ ਹੈਗੇ ਆ। ਸੋ ਇਹ ਇੱਕ ਹੁਣ ਨਵਾਂ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਹੈਗਾ ਆ। ਨਦਰਨ ਕੈਲੀਫੋਰਨੀਆ 'ਚ ਗੈਸ ਮਹਿੰਗੀ ਜਿਹਦੇ ਨਾਲ ਹੀਟ ਹੁੰਦਾ ਤੇ ਸਦਰਨ ਕੈਲੀਫੋਰਨੀਆ 'ਚ ਬਿਜਲੀ ਮਹਿੰਗੀ ਜਿਹਦੇ ਵਿੱਚ ਜਦੋਂ ਏਸੀ ਜਦੋਂ ਚੱਲਦਾ ਆ। ਸੋ ਦੋਨੋਂ ਪਾਸੋਂ ਚਿੱਟ ਵੀ ਮੇਰੀ ਪੱਤ ਵੀ ਮੇਰੀ, ਇਹ ਪੀਜੀ&ਈ ਵਾਲੇ ਇਸ ਹਿਸਾਬ ਦੇ ਨਾਲ ਲੱਗੇ ਆ। ਅਗਲੀ ਖਬਰ ਵੱਲ ਚਲੀਏ। ਬੇ ਏਰੀਏ ਦੇ ਵਿੱਚ ਆਈਟੀ ਸੈਕਟਰ ਦੇ ਵਿੱਚ ਜੋ ਲੋਕ ਕੰਮ ਕਰ ਰਹੇ ਆ ਉਹਨਾਂ ਦੀ ਸਿਚੁਏਸ਼ਨ ਇਸ ਟਾਈਮ ਬਹੁਤ ਬੁਰੀ ਬਣੀ ਹੋਈ ਆ। ਹਰ ਕੋਈ ਡਰਿਆ ਹੋਇਆ ਹੈ ਵੀ ਮੈਂ ਕਿਹੜੇ ਵੇਲੇ ਲੇ ਆਫ ਨਾ ਹੋ ਜਾਵਾਂ। ਅੱਜ 4 ਘੰਟੇ ਪਹਿਲਾਂ ਪੇਪਾਲ ਕੰਪਨੀ ਨੇ ਆਪਣੀ ਵੈਬਸਾਈਟ ਦੇ ਉੱਤੇ ਨਿਊਜ਼ ਪਾ ਦਿੱਤੀ ਆ ਵੀ 2000 ਦੇ ਕਰੀਬ ਫੁੱਲ ਟਾਈਮ EMPLOYEES ਉਹ ਲੇ ਆਫ ਕਰਨ ਜਾ ਰਹੇ ਆ। ਬੇ ਏਰੀਏ ਦੀਆਂ ਜੋ ਵੀ ਮੇਜਰ ਕੰਪਨੀਆਂ, ਚਾਹੇ ਉਹ ਗੂਗਲ ਆ, ਐਮਾਜ਼ੋਨ ਆ, ਫੇਸਬੁੱਕ ਆ, ਮਾਈਕਰੋਸਾਫਟ ਆ, ਸੇਲਸਫੋਰਸ ਆ, ਸਾਰੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ ਆਫ ਕੀਤੇ ਆ। ਸੋ ਹੁਣ ਪੇਪਾਲ ਕੰਪਨੀ ਨੇ 7% ਆਪਣੀ ਵਰਕਫੋਰਸ ਨੂੰ ਲੇ ਆਫ ਕਰਨ ਦੇ ਲਈ ਅਨਾਉਂਸ ਕਰ ਦਿੱਤਾ ਹੈਗਾ। ਜੀ। ਸੋ ਐਵਰੀ ਡੇ ਜਿਹੜਾ ਹਰਜੋਤ ਸਿੰਘ ਜੀ ਲੇ ਆਫ ਦੀਆਂ ਖਬਰਾਂ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਇੱਕ ਹੋਰ ਮਾੜੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਆ ਉਹ ਕਹਿੰਦੇ ਵੀ ਉਸ ਦੀ ਮੌਤ ਹੋ ਗਈ ਆ। ਰਫ ਐਂਡ ਰੈਡੀ ਹਾਈਵੇ ਦੇ ਉੱਤੇ ਗ੍ਰਾਸ ਵੈਲੀ ਦੇ ਬਾਹਰ ਇੱਕ ਕ੍ਰੈਸ਼ ਵਾਪਰਿਆ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਇਸ ਟਾਈਮ ਉਸ ਦੀ ਜਾਂਚ ਜਿਹੜੀ ਆ ਉਹ ਕਰ ਰਹੇ ਆ। 2 ਜਿਹੜੀਆਂ ਕ੍ਰੈਸ਼ ਦੇ ਵਿੱਚ ਜਿਹੜੇ 2 ਗੱਡੀਆਂ ਇਨਵੋਲਵ ਸੀਗੀਆਂ, ਇੱਕ ਦੀ ਮੌਤ ਹੋ ਗਈ ਆ ਤੇ ਜਿਹੜਾ ਦੂਜਾ ਡਰਾਈਵਰ ਆ ਉਹ ਇਸ ਟਾਈਮ ਜ਼ੇਰੇ ਇਲਾਜ ਦੱਸਿਆ ਜਾਂਦਾ ਹੈਗਾ। ਗ੍ਰੀਨਵੁੱਡ ਰੋਡ
ਗ੍ਰਾਸ ਵੈਲੀ ਦੇ ਬਾਹਰ, ਉੱਥੇ ਇਹ ਹੋਇਆ। 18 ਸਾਲਾਂ ਦਾ ਇੱਕ ਔਬਰਨ ਦਾ ਰਹਿਣ ਵਾਲਾ, ਜੋ ਕਿ ਆਪਣੀ ਇਨਫਿਨਿਟੀ ਗੱਡੀ ਜਿਹੜੀ ਉਹ ਚਲਾ ਰਿਹਾ ਸੀ, ਉਹ ਹੈਡ ਔਨ ਕੋਲਾਈਡ ਕਰ ਗਿਆ ਇੱਕ ਸੁਬਰੂ ਗੱਡੀ ਦੇ ਵਿੱਚ, ਜਿਹੜੀ ਕਿ 78 ਸਾਲਾਂ ਦਾ ਅਲੀਸ ਡਰਗਨ ਚਲਾ ਰਿਹਾ ਸੀ। ਜਿਹੜਾ ਨਿਆਣਾ ਆ, ਉਹ ਜਿਹੜੀ ਗੱਡੀ ਚਲਾ ਰਿਹਾ ਸੀ ਹਰਜੋਤ ਸਿੰਘ ਜੀ, ਉਹ ਸੀਟ ਬੈਲਟ ਉਸਨੇ ਨਹੀਂ ਸੀ ਲਗਾਈ ਹੋਈ। ਹੈਡ ਟਰਾਮਾ ਜਿਹੜਾ ਉਹ ਹੋਇਆ। ਇੱਕ ਆਫ ਡਿਊਟੀ ਫਾਇਰ ਫਾਈਟਰ ਤੇ ਹੋਰ ਲੋਕਾਂ ਨੇ ਇਹ ਕ੍ਰੈਸ਼ ਜਿਹੜਾ ਉਹ ਦੇਖਿਆ, ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢਿਆ, ਪਰ ਮੌਕੇ ਹੀ ਜਿਹੜੇ ਆ ਹਾਦਸੇ ਵਾਲੀ ਮੌਕੇ ਦੇ ਉੱਤੇ, ਥਾਂ ਦੇ ਉੱਤੇ ਹੀ ਜਿਹੜਾ ਨੌਜਵਾਨ ਆ ਉਸ ਦਾ ਦੇਹਾਂਤ ਹੋ ਗਿਆ ਸੀਗਾ। ਸੋ ਵਾਈਂਡੀ ਰੋਡਸ ਹੁੰਦੀਆਂ ਹਰਜੋਤ ਸਿੰਘ ਜੀ, ਜਿਨ੍ਹਾਂ ਕੋਲ ਤੇਜ਼ ਗੱਡੀਆਂ ਕਈ ਵਾਰੀ ਹੁੰਦੀਆਂ ਆ, ਉਹ ਇਹੋ ਜਿਹੀਆਂ ਥਾਵਾਂ ਦੇ ਉੱਤੇ ਜਾ ਕੇ ਚਲਾਉਂਦੇ ਨੇ ਵੀ ਚਲੋ ਫੀਲ ਕਰਦੇ ਆ ਵੀ ਇੰਨੀ ਤੇਜ਼ ਗੱਡੀ ਆਪਾਂ ਚਲਾ ਸਕਦੇ ਹਾਂ, ਟਰਨਸ ਹੁੰਦੀਆਂ ਆ, ਪਰ ਉਸੇ ਦੌਰਾਨ ਇੱਦਾਂ ਦਾ ਕਈ ਵਾਰੀ ਹਾਦਸਾ ਜਿਹੜਾ ਉਹ ਵਾਪਰ ਗਿਆ। ਸੀਟ ਬੈਲਟ ਲਾਈ ਹੁੰਦੀ ਮੇ ਵੀ ਬਚਾਅ ਹੋ ਜਾਂਦਾ। ਚਲੋ ਇਹ ਤਾਂ ਹੁਣ ਜੇ ਦੇ ਉੱਤੇ ਆ, ਪਰ ਪਰਿਵਾਰ ਦੇ ਲਈ ਬੜਾ ਔਖਾ ਘੜੀ ਜਿਹੜੀ ਹੈਗੀ। ਜੀ। ਬੇ ਏਰੀਏ ਦੇ ਇੱਕ ਸ਼ਹਿਰ ਦਾ ਮੇਅਰ ਸਵੈਸਟਪੋਲ ਦਾ, ਉਸ ਨੂੰ 7 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਹੋਈ ਹੈਗੀ ਆ ਚਾਈਲਡ ਸੈਕਸ ਅਬਿਊਜ਼ ਕੇਸ ਦੇ ਵਿੱਚ। ਸਾਬਕਾ ਸਵੈਸਟਪੋਲ ਦੇ ਮੇਅਰ ਜੋ ਹੈਗੇ ਆ ਰੋਬਰਟ ਜੈਕਬ, ਉਹਨਾਂ ਦੇ ਉੱਤੇ ਕੇਸ ਸ਼ੁਰੂ ਹੋਣਾ ਸੀ ਜਨਵਰੀ 27 ਨੂੰ। ਉਹਨਾਂ ਦਾ ਟਰਾਇਲ ਜੋ ਸੀ ਚਾਈਲਡ ਸੈਕਸ ਅਬਿਊਜ਼ ਦੇ ਸੰਬੰਧ ਦੇ ਵਿੱਚ, ਤੇ ਉਹਨਾਂ ਨੂੰ ਲੱਗਿਆ ਵੀ ਕਾਫੀ ਸਜ਼ਾ ਹੋਊਗੀ, ਤੇ ਪਹਿਲਾਂ ਹੀ ਜੋ ਆ ਉੱਥੇ ਦੇ ਸਨੋਮਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਆ, ਉਹਨਾਂ ਦੇ ਨਾਲ ਡੀਲ ਬਣਾ ਲਈ 7 ਸਾਲਾਂ ਦੀ ਸਜ਼ਾ ਦੇ ਲਈ। ਸੋ ਖੁਦ ਉਹ ਐਗਰੀ ਹੋ ਗਿਆ। ਕਈ ਬੱਚੇ ਜੋ ਈਵਨ 15 ਸਾਲਾਂ ਦੇ ਵੀ ਸੀ, ਉਹ ਕਹਿੰਦੇ ਵੀ ਉਹ ਅੱਗੇ ਆਏ, ਜਿਨ੍ਹਾਂ ਨੇ ਦੱਸਿਆ ਵੀ ਇੱਕ ਗ੍ਰਾਈਂਡਰ ਕਰਕੇ ਡੇਟਿੰਗ ਐਪ ਆ, ਉਸ ਨੂੰ ਯੂਜ਼ ਕਰਕੇ ਇਹ ਬੱਚਿਆਂ ਦੇ ਨਾਲ ਇਸ ਨੇ ਇਹ ਜੋ ਗੰਦੇ ਕੰਮ ਕਰਦਾ ਸੀ, ਤੇ ਹੁਣ 7 ਸਾਲਾਂ ਦੇ ਲਈ ਅੰਦਰ ਜਾ ਰਿਹਾ ਆ। ਇਸ ਨੇ ਮਰਿਓਨਾ ਜੋ ਡਿਸਪੈਂਸਰੀ ਆ, ਭੰਗ ਦੀ ਇੱਕ ਡਿਸਪੈਂਸਰੀ ਆ ਮਰਵਾਨਾ ਦੀ, ਉਹ ਇਹ ਫਾਊਂਡਰ ਸੀ ਉੱਥੇ ਸਵੈਸਟਪੋਲ 'ਚ, ਪੀਸ ਇਨ ਮੈਡੀਸਿਨ ਕਰਕੇ। ਤੇ ਉਸ ਤੋਂ ਬਾਅਦ ਸਿਟੀ ਕੌਂਸਲ ਦੇ ਵਿੱਚ 2012 ਚ ਇਲੈਕਟ ਹੋ ਗਿਆ, ਤੇ ਬਾਅਦ ਦੇ ਵਿੱਚ ਇਸ ਨੂੰ ਮੇਅਰ ਇਲੈਕਟ ਕਰ ਲਿਆ ਗਿਆ ਸੀ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਅੱਜ ਅਨਾਉਂਸ ਕੀਤਾ ਵੀ $1.13 ਬਿਲੀਅਨ ਕੈਸ਼ ਜਿਹੜਾ ਆ ਉਹ ਟਰਾਂਸਪੋਰਟੇਸ਼ਨ ਪ੍ਰੋਜੈਕਟਸ ਦੇ ਵਿੱਚ ਇੰਜੈਕਟ ਕਰਨ ਜਾ ਰਹੇ ਆ। ਬਾਰਟ ਦੇ ਲਈ ਤੇ ਕੈਲ ਟ੍ਰੇਨ ਜਿਹੜੀ ਆ ਉਸ ਦੀ ਇਲੈਕਟ੍ਰੀਫਿਕੇਸ਼ਨ ਦੇ ਲਈ ਕੀਤਾ ਜਾਊਗਾ। ਬਾਰਟ ਜਿਹੜੀ ਸੈਨ ਹੋਜ਼ੇ ਦੇ ਵਿੱਚ ਕਦ ਦੀ ਲਿਆਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ, ਆਲਰੇਡੀ ਓਵਰ ਬਜਟ ਨੇ, ਤੇ ਪਰ ਫਿਰ ਵੀ ਡਾਲਰ ਉਹਨਾਂ ਦੇ ਘਟੇ ਪਏ ਆ, ਤੇ ਹੁਣ $1.1 ਬਿਲੀਅਨ ਕੈਲੀਫੋਰਨੀਆ ਵਾਲੇ ਇਹਨਾਂ ਨੂੰ ਦੇਣਗੇ। ਇਸ ਮਨੀ ਦੇ ਵਿੱਚ $450 ਮਿਲੀਅਨ ਜਿਹੜੇ ਬਾਰਟ ਦੀਆਂ ਟ੍ਰੇਨਸ ਆ ਉਹ ਸੈਨ ਹੋਜ਼ੇ ਦੇ ਵਿੱਚ ਰਨ ਕਰਨ ਦੇ ਲਈ ਉਹ ਹੋਣੇ ਆ। 367 ਮਿਲੀਅਨ ਜਿਹੜੇ ਕਾਇਲ ਟ੍ਰੇਨ ਆ ਉਹਨਾਂ ਦੇ ਇਲੈਕਟ੍ਰੀਫਿਕੇਸ਼ਨ ਪ੍ਰੋਜੈਕਟ ਦੇ ਲਈ, ਤੇ ਇੱਕ ਹੋਰ $250 ਮਿਲੀਅਨ ਬਾਰਟ ਦੀ ਪੈਸੰਜਰ ਕਪੈਸਿਟੀ ਜਿਹੜੀ ਟਰਾਂਸਬੇ ਟਿਊਬ ਆ ਉਸ ਦੇ ਵਿੱਚ ਵਧਾਉਣ ਦੇ ਲਈ ਰੱਖੇ ਗਏ ਨੇ। ਇਸੇ ਦੌਰਾਨ ਹੀ $1 ਬਿਲੀਅਨ ਜਿਹੜਾ ਹੋਰ ਆ ਉਹ ਸਦਰਨ ਕੈਲੀਫੋਰਨੀਆ ਤੇ ਸੈਂਟਰਲ ਵੈਲੀ ਦੇ ਪ੍ਰੋਜੈਕਟਸ ਦੇ ਲਈ ਐਲੋਕੇਟ ਕੀਤਾ ਗਿਆ ਹੈ, ਉਸ ਦੇ ਲਈ ਰੱਖਿਆ ਗਿਆ ਹੈ। ਸੋ ਟਰਾਂਸਪੋਰਟੇਸ਼ਨ ਦਾ ਜਿਹੜਾ ਹਰਜੋਤ ਸਿੰਘ ਜੀ ਮੁੱਦਾ ਕੈਲੀਫੋਰਨੀਆ ਦੇ ਵਿੱਚ ਚਿਰ ਤੋਂ ਚੱਲਦਾ ਆ ਰਿਹਾ ਹੈ। ਹਾਈ ਸਪੀਡ ਰੇਲ, ਓਵਰ ਬਜਟ ਰੇਲ ਟੂ ਨੋਵੇਅਰ, ਜਿਹੜਾ ਜਿਸ ਦਾ ਨਾਮ ਇਸ ਟਾਈਮ ਲੋਕ ਦੇਖ ਰਹੇ ਆ ਵੀ ਉਹਦਾ ਕੋਈ ਤਣ ਪੱਤਣ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਹੁਣ ਨਵੀਂ ਰਾਸ਼ੀ ਜਿਹੜੀ ਮਿਲੀ ਆ, ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਪ੍ਰੋਜੈਕਟ ਆ, ਮੈਗਾ ਪ੍ਰੋਜੈਕਟ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹ ਜਲਦ ਪੂਰੇ ਹੋ ਸਕਣ। ਇਕਨੋਮੀ ਦੀ ਗੱਲ ਕਰਦੇ ਜਾਈਏ ਜੀ, ਸਟਾਕ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਅੱਜ ਸਟਾਕ ਮਾਰਕੀਟ ਦੇ ਵਿੱਚ ਉਛਾਲ ਜਿਹੜਾ ਹੋ ਰਿਹਾ ਆ। ਡਾਓ ਜੋਨ 369 ਪੁਆਇੰਟ ਵੱਧ ਕੇ 34,086 ਦੇ ਉੱਤੇ ਬੰਦ ਹੋਇਆ। S&P 59 ਪੁਆਇੰਟ ਵੱਧ ਕੇ 4,076 ਤੇ। ਨੈਸਡੈਕ 193 ਪੁਆਇੰਟ ਵੱਧ ਕੇ 11,584 ਦੇ ਬੰਦ ਹੋਇਆ। ਸੋਨੇ ਦਾ ਭਾਅ $1,943 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ। 10 ਈਅਰ ਯੀਲਡ 3.52%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 23,126 ਤੇ ਇਥੀਰੀਅਮ $1,588 ਦੇ ਬਰਾਬਰ ਚੱਲ ਰਿਹਾ ਆ। ਜੀ, ਅਡਾਨੀ ਗਰੁੱਪ ਅੱਜ ਕੱਲ੍ਹ ਬਹੁਤ ਹੌਟ ਸੀਟ ਦੇ ਉੱਤੇ ਹੈਗਾ। ਛੋਟੀ ਜਿਹੀ ਇੱਕ USA ਦੀ ਕੰਪਨੀ ਨੇ ਉਹਨਾਂ ਦਾ ਕਾਫੀ ਐਕਸਪੋਜ਼ ਕੀਤਾ ਹੈ ਵੀ ਕਿਸ ਤਰ੍ਹਾਂ ਗੌਤਮ ਅਡਾਨੀ ਦੀਆਂ ਜੋ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਗਿਣਿਆ ਜਾਂਦਾ ਸੀ,
ਨੈਕਸਟ ਟੂ ਇਲੋਨ ਮਸਕ ਗਿਣਿਆ ਜਾਂਦਾ ਸੀ। ਉਹਦੀ ਕੁਛ ਦਿਨਾਂ ਦੇ ਵਿੱਚ $36 ਬਿਲੀਅਨ ਉਸਨੇ ਲੂਜ਼ ਕਰ ਲਿਆ। ਤੇ ਇਸ ਯੂਐਸ ਇਨਵੈਸਟਮੈਂਟ ਫਰਮ ਨੇ ਅਕਿਊਜ਼ ਕੀਤਾ ਸੀ ਵੀ ਇਹ ਜੋ ਇੰਡੀਅਨ ਕੰਗਲੋਮਰੇਟ ਹੈਗਾ ਆ, ਇਸਨੇ ਫਰਾਡ ਤੇ ਸਟਾਕ ਮੈਨੀਪੂਲੇਸ਼ਨ ਕੀਤੀ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਹੁਣ ਜੋ ਸਟਾਕ ਮਾਰਕੀਟ ਆ, ਅਡਾਨੀ ਦੇ ਜਿਹੜੇ ਸਟਾਕ ਆ ਕਾਫੀ ਥੱਲੇ ਗਏ ਆ ਤੇ ਬਹੁਤ ਜ਼ਿਆਦਾ ਪੈਸਾ ਲੂਜ਼ ਕੀਤਾ। ਸੈਕਿੰਡ ਜਾਂ ਥਰਡ ਨੰਬਰ ਤੋਂ ਇਹ ਹੁਣ 11ਵੇਂ ਨੰਬਰ ਤੇ ਆ ਗਿਆ ਜੋ ਦੁਨੀਆ ਦੇ ਅਮੀਰ ਹੈਗੇ ਆ। ਤੇ ਇਹਦੇ ਨਾਲ ਆਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ। ਕਹਿੰਦੇ ਉਹਦੇ ਜਿਹੜੇ ਬਹੁਤ ਸਾਰੀਆਂ ਕੰਪਨੀਆਂ ਉਹ ਬੈਂਕਾਂ ਦੇ ਨਾਲ ਜਿਹੜੀਆਂ ਨਾਲ ਰਿਲੇਟਡ ਹੈਗੀਆਂ ਆ, ਜਿਨ੍ਹਾਂ 'ਚ LIC ਕਈ ਇੰਸ਼ੋਰੈਂਸ ਕੰਪਨੀਆਂ ਵੀ ਆ, ਉਹਨਾਂ ਦੇ ਉੱਤੇ ਵੀ ਇਹ ਬਹੁਤ ਵੱਡਾ ਅਸਰ ਆ ਉਹ ਪਊਗਾ ਤੇ ਆਮ ਲੋਕ ਜੋ ਆ ਉਹ ਰਗੜੇ ਜਾ ਸਕਦੇ ਆ। ਜੀ, ਇੱਥੇ ਪ੍ਰੋਗਰਾਮ ਦੀ ਹੁਣ ਇਹ ਸਮਾਪਤੀ ਕਰੰਸੀ ਦੀ ਜ਼ਰੂਰ ਜੀ। ਦੱਸਦੇ ਜਾਈਏ। $1 ਦੇ ਬਰਾਬਰ ਇੰਡੀਆ ਦੇ $81.75 ਰਹੇ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਜੀ, ਪ੍ਰੋਗਰਾਮ ਦੀ ਸਮਾਪਤੀ ਹੈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਹੱਸਦੇ ਖੇਲਦੇ ਰਹੇ ਸੁਣਦੇ ਰਹੇ ਜੀ ਪੰਜਾਬੀ ਰੇਡੀਓ US